अवले अल्लाह नूर उपाया कुदरत के सब बंदे एक नूर दे सब जग उपजा कौन भले को मंदे। ਸੰਗਤ ਜੀ ਅੱਜ ਆਪਾਂ ਯੋਧਿਆਂ ਦੀ ਗਾਥਾ ਸਾਂਝੀ ਕਰਦੇ ਪਏ ਹਾਂ। ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਵਿਚਾਰਾਂ ਦੀ ਸਾਂਝ ਹੋ ਰਹੀ ਹੈ। ਇਸ ਵਕਤ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਜਥਾ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਜਿਹੜੇ ਨੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਪਏ ਨੇ। ਸੋ ਕਾਫੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਖੋਜ ਪ੍ਰਾਪਤ ਹੈ, ਇਹਨਾਂ ਦੇ ਕੋਲ ਭਰਪੂਰ ਖਜ਼ਾਨਾ ਹੈ। ਸੋ ਅਸੀਂ ਇਹਨਾਂ ਦੇ ਪਾਸੋਂ 5 ਵੀਰਾਂ ਦੀ ਜਿਹੜੀ ਗਾਥਾ ਉਹ ਹੁਣੇ ਸਰਵਣ ਕੀਤੀ ਸੀ। ਸੋ ਇਹ ਸ਼ਕਤੀਆਂ ਜਿਹੜੀਆਂ ਨੇ ਇਹ ਕਿਵੇਂ ਵਰਤਦੀਆਂ ਨੇ ਥੋੜਾ ਜਿਹਾ ਸੰਖੇਪ ਰੂਪ ਦੇ ਵਿੱਚ ਮੈਂ ਸਮਝਦਾ ਕਿ ਆਪ ਜੀ ਇਸ ਮੌਕੇ ਦੱਸਦੇ ਤੇ ਵਧੀਆ ਬਿਹਤਰ ਹੁੰਦਾ। ਜਿਸ ਤਰੀਕੇ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਫੌਜਾਂ ਇੱਕ ਕਿਸੇ ਬੰਦੇ ਦੀ ਸਹਾਇਤਾ ਕਰਦੀਆਂ ਨੇ, ਇਸੇ ਤਰ੍ਹਾਂ ਗੁਪਤ ਰੂਪ ਵਿੱਚ ਸ਼ਹੀਦੀ ਫੌਜਾਂ ਜਿੱਥੇ ਵੀ ਨਾਮ ਜਪਿਆ ਜਾਂਦਾ ਹੈ। ਪੁਰਾਣੇ ਮਹਾਂਪੁਰਖਾਂ ਦੀ ਇਹ ਆਸਥਾ ਹੁੰਦੀ ਸੀ ਕਿ ਜੇ ਕੋਈ ਤਿਆਰ ਬਰ ਤਿਆਰ ਗੁਰੂ ਕਾ ਸਿੰਘ ਹੈ, ਬੱਜਰ ਕਰਾਤਾਂ ਤੋਂ ਬਚਿਆ ਹੈ, ਬਾਣੀ ਨਾਲ ਜੁੜਿਆ ਹੈ, ਤੇ 5 ਸ਼ਹੀਦ ਸਿੰਘ ਉਹਦੇ ਨਾਲ ਰਹਿੰਦੇ ਆ। ਜੇ ਕੋਈ ਮਹਾਂਕਾਲ ਹੈ ਫਰਲੇ ਵਾਲਾ ਨਿਹੰਗ ਸਿੰਘ, ਉਹਦੇ ਨਾਲ 25 ਸਿੰਘ ਰਹਿੰਦੇ ਆ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਨੇ ਉੱਥੇ ਹਜ਼ਾਰਾਂ ਹੀ ਸ਼ਹੀਦ ਸਿੰਘ ਹੁੰਦੇ ਆ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਟਕੇ ਸਾਹਿਬ ਘਰਾਂ ਵਿੱਚ ਰੱਖਣੇ ਚਾਹੀਦੇ ਆ। ਜੀ ਜੀ। ਔਰ ਜਿੱਥੇ ਕੋਈ ਐਸਾ ਵਿਖੜਾ ਪੈਂਡਾ ਆਉਂਦਾ ਹੈ ਉੱਥੇ ਇਹਨਾਂ 5 ਵੀਰਾਂ ਨੂੰ ਸ਼ਹੀਦਾਂ ਸਿੰਘਾਂ ਨੂੰ ਆਪਾਂ ਚੇਤੇ ਕਰਦੇ ਆਂ ਤੇ ਇਹ ਆ ਕੇ ਸਾਡੀ ਸਹਾਇਤਾ ਕਰਦੇ ਨੇ ਗੁਪਤ ਤਰੀਕੇ ਦੇ ਨਾਲ। ਸ਼ਹੀਦਾਂ ਸਿੰਘਾਂ ਦੀ ਇੱਕ ਗਾਥਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਆਉਂਦੀ। ਇੱਕ ਸਿੱਖ ਨੂੰ ਸ਼ਹੀਦ ਸਿੰਘ ਨੇ ਦਰਸ਼ਨ ਦਿੱਤੇ ਤੇ ਉਹ ਕਹਿੰਦੇ ਵੀ ਅਸੀਂ ਚਾਹੀਏ ਤੇ ਅਸਮਾਨ ਜਿੱਡਾ ਸਰੀਰ ਕਰ ਲੈ ਸਕਦੇ ਆਂ ਤੇ ਚਾਹੀਏ ਤੇ ਅਸੀਂ ਕੀੜੀ ਜਿੱਡੇ ਵੀ ਹੋ ਸਕਦੇ ਆਂ। ਉਹ ਸਿੱਖ ਨੇ ਸਵਾਲ ਕੀਤਾ ਕਿ ਜਦੋਂ ਫਿਰ ਹੁਕਮ ਜਦੋਂ ਸੱਚੇ ਪਾਤਸ਼ਾਹ ਜੀ ਤੇ ਵਿਖੜਾ ਪੰਧ ਬਣਿਆ ਉਸ ਵਕਤ ਤੁਸੀਂ ਕਿੱਥੇ ਸੀ? ਤੇ ਉਹ ਕਹਿਣ ਲੱਗੇ ਵੀ ਅਸੀਂ ਸੱਚੇ ਪਾਤਸ਼ਾਹ ਦੇ ਹੁਕਮ 'ਚ ਬੈਠੇ ਸਾਂ। ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਸਾਂ। ਇਸ਼ਾਰਾ ਕਲਗੀਧਰ ਪਾਤਸ਼ਾਹ ਦਾ ਹੁੰਦਾ ਏ ਤੇ ਅਸੀਂ ਫੇਰ ਜਾ ਕਰਕੇ ਸਹਾਇਤਾ ਕਰਦੇ ਹਾਂ। ਤੇ ਬੰਦਾ ਸਿੰਘ ਜੀ ਬਹਾਦਰ ਜਦੋਂ ਧਨਖ ਦੇ ਚਿੱਲੇ ਦੇ ਉੱਪਰ ਚਲਾਉਂਦੇ ਸਨ ਤੀਰ, ਉਸ ਵਕਤ ਹਵਾਵਾਂ, ਉਸ ਵਕਤ ਦੁਸ਼ਮਣ ਦਾ ਮਨ ਦਹਿਲ ਜਾਣਾ, ਉਹਨਾਂ ਨੂੰ ਇੱਕ ਅਜੀਬ ਤਰੀਕੇ ਦਾ ਖੌਫ ਨਜ਼ਰੀ ਆਉਣਾ। ਅਤੇ ਫਿਰ ਜਿਹੜੇ ਸੱਚੇ ਪਾਤਸ਼ਾਹ ਜੀ ਨੇ ਤੀਰ ਦਿੱਤੇ ਸਨ ਬੰਦੇ ਬਹਾਦਰ ਨੂੰ, ਉਹਨਾਂ ਨੂੰ ਅਮੋਘ ਬਾਣ ਕਹਿੰਦੇ। ਅਮੋਘ ਬਾਣ ਦਾ ਹੁੰਦਾ ਹੈ ਵੀ ਉਹ ਤੀਰ ਚੱਲਿਆ ਦੁਸ਼ਮਣ ਦਾ ਸਫਾਇਆ ਕਰਕੇ ਤੇ ਉਹ ਪੱਥੇ ਵਿੱਚ ਆ ਕੇ ਆਪਣੇ ਆਪ ਹੀ ਟਿਕ ਜਾਂਦਾ ਹੈ। ਉਹਨੂੰ ਅਮੋਘ ਬਾਣ ਕਹਿੰਦੇ। ਤੇ ਸੱਚੇ ਪਾਤਸ਼ਾਹ ਜੀ ਨੇ ਅਮੋਘ ਬਾਣ ਬਖਸ਼ ਕਰਕੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਵਿਦਾ ਕੀਤਾ ਸੀ। ਸੋ ਬਿਲਕੁਲ ਇਹ ਬੜੀਆਂ ਰਹਿਮਤਾਂ ਸ਼ਕਤੀਆਂ ਜਿਹੜੀਆਂ ਨੇ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਤਾਂ ਪਹਿਲਾਂ ਵੀ ਕਾਫੀ ਖਜ਼ਾਨਾ ਮੌਜੂਦ ਸੀ। ਹਾਂਜੀ। ਆਮ ਤੌਰ ਤੇ ਜਦੋਂ ਅਸੀਂ ਇਤਿਹਾਸ ਢਾਡੀ ਸਿੰਘ ਕਈ ਵਾਰੀ ਸੁਣਾਉਂਦੇ ਨੇ ਤੇ ਉਹ ਪਹਿਲੀਆਂ ਗੱਲਾਂ ਨੂੰ ਨਾ ਬਹੁਤ ਛੁਟਿਆ ਜਿਹਾ ਦਿੰਦੇ ਨੇ, ਛੋਟੀ ਜੀ ਕਰਕੇ, ਵੀ ਪਹਿਲੀ ਗੱਲ ਨੂੰ ਨੀਵੀਂ ਕਰਕੇ ਤੇ ਫਿਰ ਗੁਰੂ ਸਾਹਿਬ ਵਾਲੀ ਨੂੰ ਬਹੁਤਾ ਉੱਚਾ ਕਰਨਾ। ਪਰ ਮੈਂ ਸਮਝਦਾ ਕਿ ਪਹਿਲੀ ਘਾਲ ਕਮਾਈ ਜਿਹੜੀ ਹੈ, ਕਿਉਂਕਿ ਜਿਹੜਾ ਵੀ ਕੋਈ ਘਾਲ ਕਮਾਈ ਕਰਦਾ ਉਹ ਤਾਂ ਉਹਦੇ ਕੋਲ ਸ਼ਕਤੀ ਹੁੰਦੀ ਉਹ ਤੋਂ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਉਹ ਸ਼ਕਤੀ ਮੈਂ ਸਮਝਦਾ ਹੋਰ ਤਾਂ ਹੀ ਤਾਂ ਸਾਰੇ ਉਹ ਡਰਦੇ ਸੀਗੇ। ਜਦੋਂ ਆਪਾਂ ਅਗਲਾ ਇਤਿਹਾਸ ਸਰਵਣ ਕਰਦੇ ਹਾਂ, ਜਿੱਧਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਚੜ੍ਹਦੇ ਸੀ ਤੇ ਮੁਗਲਾਂ 'ਚ ਵੈਸੇ ਖੌਫ ਸੀ ਵੀ ਇਹ ਬੜਾ ਕਰਾਮਾਤੀ ਹੈ। ਸੋ ਅੱਗੋਂ ਆਪਾਂ ਸਰਵਣ ਕਰਦੇ ਹਾਂ ਜੀ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ 5 ਸਿੰਘਾਂ ਦਾ ਜਥਾ, ਕੁਝ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮੇ ਦਿੱਤੇ, ਕੁਝ ਮਾਝੇ ਦੇ ਸਿੱਖਾਂ ਨਾਲ, ਕੁਝ ਮਾਲਵੇ ਦਮਦਮਾ ਸਾਹਿਬ, ਕੁਝ ਅਨੰਦਪੁਰ ਸਾਹਿਬ, ਇਹਦੀ ਸਹਾਇਤਾ ਕਰਿਓ। ਇਹ ਸਾਡਾ ਹੀ ਭੇਜਿਆ ਹੋਇਆ ਬੰਦਾ ਬਹਾਦਰ ਹੈ। ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਜਦੋਂ ਦਿੱਲੀ ਤੋਂ ਟੱਪੇ ਤੇ ਉਸ ਵਕਤ ਬੰਦਾ ਸਿੰਘ ਜੀ ਬਹਾਦਰ ਨੇ ਕੁਝ ਸਿੰਘ ਭੇਜੇ ਦਮਦਮਾ ਸਾਹਿਬ, ਕੁਝ ਸਿੰਘ ਭੇਜੇ ਅਨੰਦਪੁਰ ਸਾਹਿਬ, ਕੁਝ ਮਾਝੇ ਵਿੱਚ। ਜਿਹਨੂੰ ਵੀ ਪੈਗਾਮ ਮਿਲਿਆ, ਸੱਚੇ ਪਾਤਸ਼ਾਹ ਜੀ ਦਾ ਹੁਕਮ ਮਿਲਿਆ, ਉਹ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਆ ਮਿਲੇ। ਬਾਬਾ ਦੀਪ ਸਿੰਘ ਜੀ ਤੇ ਸੱਚੇ ਪਾਤਸ਼ਾਹ ਜੀ ਦੀ ਬੀੜ ਲਿਖ ਕਰਕੇ ਉਹਦਾ ਉਤਾਰਾ ਕਰਕੇ ਇਤਿਹਾਸ ਜੋ ਸੀਨੇ ਬਸੀਨੇ ਹੈ ਉਹਦੇ ਵਿੱਚ ਇਹ ਗੱਲ ਮੰਨੀ ਜਾਂਦੀ ਵੀ ਉਹ ਤੇ ਸੱਚਖੰਡ ਹਜੂਰ ਸਾਹਿਬ ਨਾਲ ਗਏ। ਜਦੋਂ ਗੁਰਤਾ ਗੱਦੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ,
ਉਸ ਵਕਤ 5 ਸਿੱਖ ਤਾਬਿਆਂ ਵਿੱਚ ਖੜੇ ਕੀਤੇ ਮਹਾਰਾਜ ਸਾਹਿਬ ਜੀ ਨੇ, ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਵੀ ਹਾਜ਼ਰ ਸੀ। ਤੇ ਪਿੱਛੇ ਬਾਬਾ ਨੱਥਾ ਸਿੰਘ ਜੀ, ਉਹ ਵੀ ਸ਼ਹੀਦਾਂ ਦੀ ਮਿਸਲ ਦੇ ਰਤਨ ਹੋਏ ਨੇ। ਅੱਛਾ ਜੀ। ਸਿਆਲਕੋਟ ਵਿੱਚ ਜਾ ਕੇ ਸ਼ਹਾਦਤ ਉਹਨਾਂ ਨੇ ਪ੍ਰਾਪਤ ਕੀਤੀ। ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਆ ਕੇ ਮਿਲੇ ਤੇ ਜੰਗ ਦੇ ਮੈਦਾਨ ਵਿੱਚ ਜੂਝਦੇ ਰਹੇ। ਤੇ ਕਰਮਵਾਰ ਉਹਨਾਂ ਨੇ ਜਿਵੇਂ ਸਡੌਰੇ ਦਾ ਜੰਗ ਲੜਨਾ, ਇਹਨਾਂ ਜੰਗਾਂ ਨੂੰ ਫਤਿਹ ਕਰਦਿਆਂ ਹੋਇਆ ਰਤਨ ਸਿੰਘ ਜੀ ਭੰਗੂ ਨੇ ਬਹੁਤ ਲੰਮਾ ਲਿਖਿਆ ਹੈ ਇਤਿਹਾਸ। ਤੇ ਬਾਅਦ ਵਿੱਚ ਉਹਨਾਂ ਨੇ ਸਰਹੰਦ ਫਤਿਹ ਕੀਤੀ, ਸਰਹੰਦ ਨੂੰ ਉਜਾੜਿਆ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਦੇ ਉੱਪਰ ਫਤਿਹਗੜ੍ਹ ਸਾਹਿਬ ਨਾਮ ਰੱਖਿਆ। ਫਿਰ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਫ ਨੂੰ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਮਿਲਾਪ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਹੁੰਦਾ। 3 ਮਹੀਨੇ ਉੱਥੇ ਗੁਰੂ ਧਾਮਾਂ ਦੇ ਦਰਸ਼ਨ ਜੋ ਸੱਚੇ ਪਾਤਸ਼ਾਹ ਜੀ ਦੇ ਬਚਨ ਸਨ। ਕਿਉਂਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੋਰਿਆ ਤੇ ਮਹਾਰਾਜ ਸਾਹਿਬ ਜੀ ਨੇ 10 ਹੁਕਮ ਦਿੱਤੇ ਸਨ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਸੰਤ ਸੰਪੂਰਨ ਸਿੰਘ ਨਿਹੰਗ ਸਿੰਘ ਹੋਏ ਨੇ ਜੀ। ਉਹਨਾਂ ਦੇ ਪਰਿਵਾਰ ਨੂੰ, ਪਰਿਵਾਰ ਦਾ ਪਿਛੋਕੜ ਦੇਖੀ, ਉਹਨਾਂ ਨੂੰ ਸੁਖਈਆਂ ਦਾ ਪਰਿਵਾਰ ਕਹਿੰਦੇ ਸਨ। ਅੱਛਾ ਜੀ। ਤੇ ਉਹਨਾਂ ਦੇ ਕੋਲ ਦਸਖਤੀ ਪੱਤਰ ਸਨ ਕਲਗੀਧਰ ਦੇ, ਕਿਉਂਕਿ ਉਹਨਾਂ ਦਾ ਜਿਹੜੇ ਪਰਿਵਾਰ ਦੇ ਵੱਡੇ ਵਡੇਰੇ ਸਨ ਉਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬੈਠਕ ਵਿੱਚ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਸਨ, ਦੀਵਾਨ ਸਨ। ਤੇ ਗਿਆਨੀ ਠਾਕੁਰ ਸਿੰਘ ਜੀ ਅੱਜ ਤੋਂ ਸ਼ਾਇਦ 100 ਸਾਲ ਪਹਿਲਾਂ ਹੋਏ ਤੇ ਉਹਨਾਂ ਨੇ ਗੁਰਦੁਆਰੇ ਦਰਸ਼ਨ, ਬਾਬਾ ਦੀਪ ਸਿੰਘ ਬਲਾਸ ਇਤਿਆਦਿ ਗ੍ਰੰਥ ਲਿਖੇ ਨੇ। ਉਹਨਾਂ ਨੇ ਲਿਖਿਆ ਹੈ ਕਿ ਮੈਂ ਸੰਤ ਸੰਪੂਰਨ ਸਿੰਘ ਜੀ ਦੇ ਕੋਲ ਜਾ ਕੇ ਉਹ ਦਸਖਤੀ ਪੱਤਰ ਦੇਖੇ ਜਿਹੜੇ ਮਹਾਰਾਜ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਦਿੱਤੇ ਸੀ। ਉਹਦੇ ਵਿੱਚ 10 ਹੁਕਮ ਸੀ। ਸਰਹੰਦ ਨੂੰ ਫਤਿਹ ਕਰਨ ਦੀ ਗੱਲ ਵੀ ਸੀ। ਸ਼੍ਰੀ ਅਨੰਦਪੁਰ ਸਾਹਿਬ ਰਾਹ ਕੇ ਉੱਥੋਂ ਦੇ ਗੁਰਦੁਆਰਿਆਂ ਦੇ ਦਰਸ਼ਨ, ਉਹਨਾਂ ਦੀ ਸੇਵਾ ਸੰਭਾਲ ਦੀ ਗੱਲ ਵੀ ਸੀ। ਤੇ ਉਹਦੇ ਵਿੱਚ ਇੱਕ ਇਹ ਵੀ ਸੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮੁਕਾਮ ਕਰਨਾ। ਤੇ ਉਹਦੇ ਵਿੱਚ ਇਹ ਵੀ ਸੀ ਵੀ ਜਤ ਰੱਖਣਾ। ਤੋ ਜਤ ਦਾ ਮੀਨਿੰਗ ਇਹ ਨਹੀਂ ਸੀ ਵੀ ਵਿਆਹ ਨਹੀਂ ਕਰਾਉਣਾ। ਜਤ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ, ਐਸਾ ਸੱਚੇ ਪਾਤਸ਼ਾਹ ਜੀ ਨੇ ਸੰਦੇਸ਼ ਦਿੱਤਾ ਸੀ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਉੱਥੇ ਰਹੇ 3 ਮਹੀਨੇ। ਬਾਬਾ ਦੀਪ ਸਿੰਘ ਜੀ ਗੁਰਬਾਣੀ ਦੀ ਕਥਾ ਕਰਦੇ ਰਹੇ ਤੇ ਉੱਥੇ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਵੇਖ ਕਰਕੇ ਤੇ ਬਹੁਤ ਉਹਨਾਂ ਦੇ ਉੱਪਰ ਖੁਸ਼ ਹੋਏ ਤੇ ਹੈਰਾਨ ਕੁਨ ਹੋਏ। ਤੇ ਜਿੱਥੇ ਗੁਰਦੁਆਰਾ ਸ਼ਹੀਦੀ ਬਾਗ ਹੈ, ਇੱਥੇ ਸਾਰੇ ਹੀ ਘੋੜੇ ਉਸ ਸਮੇਂ ਵੱਜਦੇ ਰਹੇ, ਕਿਉਂਕਿ ਇੱਕ ਬਾਗ ਸੀ। ਉੱਥੇ ਘਾਹ ਪੱਠਾ, ਉੱਥੇ ਦਾਣਾ, ਉੱਥੇ ਜਲ, ਉੱਥੇ ਠੰਡੀ ਛਾਂ ਤੇ ਉੱਥੇ ਹੀ ਗੁਰੂ ਕੇ ਸਿੰਘਾਂ ਦਾ ਲੰਗਰ ਤਿਆਰ ਹੁੰਦਾ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਉੱਥੇ ਸਾਰਿਆਂ ਨੇ ਇਕੱਠਿਆਂ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਰਦਾਸ ਕਰਕੇ ਸ਼ਹੀਦ ਦਾ ਖਿਤਾਬ ਦਿੱਤਾ ਕਿ ਇਹ ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ ਪੰਥ ਦੇ ਕੌਮ ਦੇ ਸ਼ਹੀਦ ਹਨ। ਫਿਰ ਬਾਬਾ ਜੀ ਪਹਾੜੀ ਇਲਾਕਿਆਂ ਨੂੰ ਨਿਕਲ ਗਏ, ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਵੀ ਇਹਨਾਂ ਪਹਾੜੀਆਂ ਨੂੰ ਵੀ ਸਿੱਧਾ ਕਰਨਾ ਹੈ। ਤੇ ਜਿਹੜੇ ਜਿਹੜੇ ਪਹਾੜੀ ਸ਼ਰਨ ਵਿੱਚ ਆ ਕੇ ਪੈਂਦੇ ਰਹੇ, ਪਹਾੜਾਂ ਵਿੱਚ ਇੱਕ ਥੜਾ ਵੀ ਬਣਾਇਆ ਬਾਬਾ ਜੀ ਨੇ। ਉਹ ਥੜੇ ਤੇ ਬੈਠਦੇ, ਉੱਥੇ ਦੁੱਖ ਦਲਿੱਦਰ ਲੋਕਾਂ ਦੇ ਦੂਰ ਵੀ ਕਰਦੇ ਤੇ ਉੱਥੇ ਕਚਹਿਰੀ ਵੀ ਲਾਉਂਦੇ, ਗਰੀਬ ਦੀ ਸੁਣਦੇ ਵੀ, ਜ਼ਾਲਮ ਨੂੰ ਸੋਧਾ ਵੀ ਲਾਉਂਦੇ। ਤੇ ਪਹਾੜੀ ਰਾਜੇ ਜਿਹੜੇ ਉੱਥੇ ਆ ਕੇ ਮੱਥਾ ਟੇਕ ਦਿੰਦੇ, ਉਹਨਾਂ ਨੂੰ ਬਖਸ਼ ਦਿੰਦੇ। ਬਾਬਾ ਜੀ ਨੇ ਅਨੇਕਾਂ ਕੌਤਕ ਕੀਤੇ ਤੇ ਉੱਥੇ ਬਾਬਾ ਜੀ ਦਾ ਆਨੰਦ ਕਾਰਜ ਹੋਇਆ। ਤੇ ਉੱਥੋਂ ਫਿਰ ਬਾਬਾ ਜੀ ਗੁਰੂ ਕੇ ਸਿੰਘਾਂ ਨੂੰ ਨਾਲ ਲੈ ਕੇ ਤੇ ਬਟਾਲੇ ਵੱਲੋਂ ਇਧਰ ਨੂੰ ਚੱਲੇ। ਤੇ ਅੱਜ ਆਪਾਂ ਬਟਾਲੇ ਬੈਠੇ ਆ ਤੇ ਬਟਾਲੇ ਦੀ ਧਰਤੀ ਤੇ ਆ ਕੇ ਤੇ ਇੱਥੇ ਬਾਬਾ ਜੀ ਤੇ ਬਾਬਾ ਵਿਨੋਦ ਸਿੰਘ ਜੀ ਜਿਹੜੇ ਹੋਰ ਗੁਰੂ ਕੇ ਸਿੱਖ ਸਨ, ਉਹਨਾਂ ਦੇ ਵਿੱਚ ਮਾਮੂਲੀ ਜਿਹਾ ਤਕਰਾਰ ਹੋਇਆ, ਜਿਹੜੇ ਤਕਰਾਰ ਨੂੰ ਅੱਜ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਕੁਝ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਤੋਹਮਤ ਲਾਈ ਜਾਂਦੀ ਤੇ ਕੁਝ ਬਾਬਾ ਵਿਨੋਦ ਸਿੰਘ ਇਤਿਆਦਿ, ਉਹਨਾਂ ਦਾ ਜਿਹੜਾ ਪੰਥ ਦਾ ਧੜਾ ਸੀ, ਤਤ ਖਾਲਸਾ ਸੀ, ਉਹਦੇ ਉੱਪਰ ਤੋਹਮਤ ਲਾਉਂਦੇ ਆ। ਪਰ ਇਹ ਗੁਰੂ ਕੇ ਸਿੱਖਾਂ ਦੇ ਵਿੱਚ ਦਾਤਨ ਕੁਰਲਾ ਹੀ ਹੁੰਦਾ ਹੈ। ਗੁਰੂ ਕੇ ਸਿੱਖਾਂ ਵਿੱਚ ਆਪਸੀ ਕੋਈ ਦੰਗਾ ਲੜਾਈ ਨਹੀਂ। ਇਹ ਜ਼ਾਲਮਾਂ ਦੇ, ਦੁਸ਼ਮਣਾਂ ਦੇ ਤੇ ਖਿਲਾਫ ਰਹਿੰਦੇ ਪਰ ਆਪਸ ਵਿੱਚ ਇਹ ਦਾਤਨ ਕੁਰਲਾ ਹੀ ਕਰਦੇ ਆ। ਤੇ ਇੱਥੋਂ ਦਾ ਜਿਹੜਾ ਬਟਾਲੇ ਦਾ ਹਾਕਮ ਸੀ, ਉਹਨੂੰ ਪਤਾ ਲੱਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਬੜਾ ਮਹਾਨ ਵੀਰ ਹੈ, ਉਹਦੇ ਅੱਗੇ ਕੋਈ ਅੜ ਨਹੀਂ ਸਕਦਾ। ਉਹਨੇ ਇੱਥੇ ਮੌਲਵੀਆਂ ਨੂੰ ਲਗਾ ਕੇ ਬੜੀਆਂ ਕਲਮਾਂ ਪੜਾਈਆਂ ਤੇ ਸਾਰੇ ਗੇਟ ਬੰਦ ਕਰਾ ਦਿੱਤੇ ਤੇ ਸ਼ੇਰਾਂ ਵਾਲਾ ਗੇਟ ਉਹਨੇ ਖੋਲਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਲੋਹਾ ਲਿਆ
ਤੇ ਉਹ ਉੱਥੇ ਹੀ ਜੜਾਈ ਕਰ ਗਿਆ ਤੇ ਉਹਦੀ ਕੋਟਲਾ ਵਿਖੇ ਜਾ ਕੇ ਕਬਰ ਬਣਾਈ ਗਈ। ਤੇ ਇੱਥੋਂ ਫਿਰ ਗੁਰੂ ਕੇ ਸਿੰਘ ਕਹਿਣ ਲੱਗੇ ਬਾਬਾ ਜੀ ਨੂੰ ਕਿ ਆਪਾਂ ਇਸ ਤਰ੍ਹਾਂ ਕਰੀਏ ਵੀ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਬੈਠਣਾ, ਉੱਥੇ ਹਜ਼ੂਰੀ 'ਚ ਰਹਿਣਾ ਛੇਵੇਂ ਪਾਤਸ਼ਾਹ ਜੀ ਦੀ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ ਵੀ ਆਪਾਂ ਲਾਹੌਰ ਦੇ ਤਖਤ ਤੇ ਜਾ ਕੇ ਬੈਠੀਏ। ਲਾਹੌਰ ਦੇ ਤਖਤ ਤੇ ਬੈਠਾਂਗੇ ਤੇ ਜਿੰਨੇ ਵੀ ਲਾਹੌਰ ਤਖਤ ਦੇ ਹੇਠਾਂ ਪਿੰਡ ਨੇ, ਜਿੰਨੀਆਂ ਜ਼ਮੀਨਾਂ ਨੇ ਜਾਂ ਜਿੰਨੀ ਰਈਅਤ ਹੈ, ਉਹ ਸਾਰੀ ਆਪਣਾ ਪ੍ਰਭਾਵ ਕਬੂਲੇਗੀ, ਅੰਨ ਧਨ ਦੀ ਕਮੀ ਨਹੀਂ ਰਹੇਗੀ ਤੇ ਸਿੰਘਾਂ ਦਾ ਰਹਿਣਾ ਖੁਸ਼ਹਾਲੀ ਨਾਲ ਹੋ ਜਾਏਗਾ। ਬਾਬਾ ਜੀ ਆਪਣੇ ਥਾਂ ਠੀਕ ਸਨ, ਕਿਉਂਕਿ ਜਿੱਥੇ ਖੁਸ਼ਹਾਲੀ ਹੋਵੇ ਉੱਥੇ ਹੀ ਜੀਵਨ ਜਿਹੜਾ ਹੈ ਉਹ ਖੁਸ਼ਹਾਲੀ ਵਾਲਾ ਹੁੰਦਾ ਹੈ। ਜਿੱਥੇ ਅੰਨ ਧਨ ਨਹੀਂ ਉੱਥੇ ਫਿਰ ਖੁਸ਼ਹਾਲੀ ਵਾਲਾ ਜੀਵਨ ਨਹੀਂ ਹੋ ਸਕਦਾ। ਪਰ ਗੁਰੂ ਕੇ ਸਿੰਘ ਕਹਿਣ ਲੱਗੇ ਵੀ ਛੇਵੇਂ ਪਾਤਸ਼ਾਹ ਦਾ ਜਿਹੜਾ ਅਕਾਲ ਦਾ ਤਖਤ ਹੈ ਨਾ, ਉਸ ਅਕਾਲ ਦੇ ਤਖਤ ਨੂੰ ਆ ਕੇ ਵੱਡੇ ਵੱਡੇ ਤਖਤ ਨਿੰਦੇ ਨੇ, ਉੱਥੋਂ ਹੀ ਤੇ ਸਾਰੇ ਤਖਤ ਚੱਲਦੇ ਨੇ। ਜੇ ਬਾਬਰ ਨੂੰ ਤਖਤ ਮਿਲਿਆ ਤੇ ਗੁਰੂ ਨਾਨਕ ਦੇ ਦਰ ਤੋਂ ਮਿਲਿਆ ਏ ਤੇ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਭਗਾਉਣੇ। ਉੱਥੇ ਗੁਰੂ ਕੇ ਸਿੰਘਾਂ ਦੇ ਮਨ ਵਿੱਚ ਗੁਰੂ ਪ੍ਰਤੀ ਸ਼ਰਧਾ ਸੀ। ਉਹ ਪੀਰੀ ਵੱਲ ਦੇਖਦੇ ਸਨ, ਉਹ ਮੀਰੀ ਵੱਲ ਦੇਖਦੇ ਸਨ। ਇੱਥੇ ਮੀਰੀ ਤੇ ਪੀਰੀ ਜੁਦਾ ਜੁਦਾ ਹੁੰਦੀ ਪ੍ਰਤੀਤ ਹੋਈ। ਤੇ ਗੁਰੂ ਕੇ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਚਲੇ ਗਏ, ਬਾਬਾ ਜੀ ਲਾਹੌਰ ਵੱਲ ਨੂੰ ਚਲੇ ਗਏ। ਆਪਸ ਵਿੱਚ ਉਹਨਾਂ ਦਾ ਕੋਈ ਬਹੁਤਾ ਜਿਹੜਾ ਸੀ ਮਨ ਮੁਟਾਵ ਨਹੀਂ ਸੀ। ਤਾਂ ਫਿਰ ਕਲਾਨੌਰ ਦੀ ਦਿਸ਼ਾ ਨੂੰ ਹੁੰਦੇ ਹੋਏ, ਇਹਨਾਂ ਇਲਾਕਿਆਂ ਵਿੱਚ ਵਿਚਰਦੇ ਹੋਏ, ਤੇ ਫਿਰ ਬਾਬਾ ਜੀ ਗੁਰਦਾਸ ਨੰਗਲ ਆਪਣੇ ਨੇੜੇ ਹੀ ਹੈ, ਉੱਥੇ ਬਾਬਾ ਜੀ ਪਹੁੰਚ ਗਏ। ਤੇ ਗੁਰਦਾਸ ਨੰਗਲ ਦਾ ਜਿਹੜਾ ਸਮਾਂ ਹੈ ਉਹ ਦੇਖਿਆ ਜਾਵੇ ਤੇ ਬੜਾ ਵਿਖੜਾ ਪੰਦ ਹੈ। ਬਾਬਾ ਜੀ ਨੇ ਉੱਥੇ 6-7 ਮਹੀਨੇ ਜਿਹੜੇ ਗੁਜ਼ਾਰੇ, ਗੁਰੂ ਕੇ ਸਿੰਘਾਂ ਦੇ ਉੱਪਰ ਜਿਹੜਾ ਤਸ਼ੱਦਦ ਹੋਇਆ, ਉਹ ਵਿਚਾਰਿਆ ਜਾਵੇ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਿਲੇ ਵਿੱਚ ਰਹੇ, ਉਹਦੇ ਨਾਲੋਂ ਕੋਈ ਘੱਟ ਨਹੀਂ ਸੀ। ਜਿਵੇਂ ਮਹਾਰਾਜ ਅਨੰਦਗੜ੍ਹ ਸਾਹਿਬ ਦੇ ਕਿਲੇ ਵਿੱਚ ਰਹੇ ਤੇ ਉਹਨਾਂ ਨੇ ਇਸ ਸਥਾਨ ਦੇ ਉੱਪਰ ਰਹਿ ਕੇ ਗੜੀ ਨੂੰ ਆਪਣਾ ਬਣਾਇਆ ਤੇ ਉੱਥੇ ਬੈਠ ਕਰਕੇ ਚੰਡੀ ਦੀ ਵਾਰ ਦਾ ਪਾਠ ਉਹ ਕਰਦੇ ਰਹੇ। ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਜਿਵੇਂ ਨੇਮ ਦਾ, ਉਹਨਾਂ ਨੇ ਇੱਥੇ ਬੜਾ ਜਪ ਤਪ ਕੀਤਾ। ਤੇ ਇੱਥੇ ਉਹਨਾਂ ਨੇ ਰੁੱਖਾਂ ਦੀਆਂ ਟਾਹਣੀਆਂ ਦੇ ਉੱਪਰੋਂ ਛਿੱਕੜ ਵੀ ਲਾ ਕੇ, ਪੱਤੇ ਲਾ ਕੇ ਵੀ ਗੁਜ਼ਾਰਾ ਕੀਤਾ। ਗੁਰਦਾਸ ਨੰਗਲ ਤੋਂ ਪੁੱਛਿਆ ਜਾਵੇ ਤੇ ਉਹ ਕਹਿੰਦੇ ਆ ਕਿ ਇਹ ਜਿੱਥੇ ਸਥਾਨ ਬਣਿਆ ਹੈ ਗੜੀ ਗੁਰਦਾਸ ਨੰਗਲ, ਉਹ ਤੇ ਬਾਹਰ ਹੈ, ਖੇਤਾਂ ਵਿੱਚ, ਉੱਚਾ ਸਥਾਨ ਹੈ। ਉਹਦੇ ਤੋਂ ਪਿੰਡ ਦੇ ਵਿੱਚ ਵੀ ਇੱਕ ਸਥਾਨ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ, ਉੱਥੇ ਇੱਕ ਖੂਹ ਵੀ ਹੈ ਮੌਜੂਦ। ਇੱਥੋਂ ਲੈ ਕੇ ਉੱਥੋਂ ਤੱਕ ਸ਼ਾਇਦ 2-3 ਕਿਲੋਮੀਟਰ 4 ਕਿਲੋਮੀਟਰ ਦਾ ਪੰਧ ਹੋਏਗਾ। ਉਹ ਵਿੱਚ ਸੁਰੰਗ ਬਣੀ ਹੋਈ ਸੀ ਜੀ। ਕੋਈ ਦਿਨ ਤੇ ਗੁਰੂ ਕੇ ਸਿੰਘ ਆਉਂਦੀ ਜਾਂਦੇ ਤੇ ਬਾਹਰੋਂ ਜਾ ਕੇ ਰਾਸ਼ਨ ਲੈ ਆਉਂਦੇ ਤੇ ਉਹ ਸਰਕਾਰ ਨੂੰ, ਹਕੂਮਤ ਨੂੰ ਪਤਾ ਲੱਗਾ ਤੇ ਉਹਨਾਂ ਨੇ ਖੂਹ ਵਿੱਚੋਂ ਦੀ ਜਲ ਛੱਡ ਦਿੱਤਾ। ਕਈ ਸਿੰਘ ਉਹਦੇ ਵਿੱਚ ਹੀ ਮਾਰੇ ਗਏ, ਸ਼ਹੀਦ ਹੋ ਗਏ ਤੇ ਅੰਦਰ ਜਿਹੜਾ ਸੀ ਅੰਨ ਜਲ ਪਹੁੰਚਣਾ ਬੰਦ ਹੋ ਗਿਆ। ਤੇ ਹੌਲੀ ਹੌਲੀ ਸਰਕਾਰ ਨੇ ਪਹਿਰਾ ਬਹੁਤ ਟਾਈਟ ਕਰ ਦਿੱਤਾ। ਤੇ ਗੰਡਾ ਸਿੰਘ ਜੀ ਲਿਖਦੇ ਨੇ ਵੀ ਭੁੱਖ ਦੇ ਮਾਰੇ ਇਦਾਂ ਗੁਰੂ ਕੇ ਸਿੰਘ ਹੋ ਗਏ ਜਿਵੇਂ ਪਿੰਜਰ ਹੁੰਦੇ ਨੇ। ਉਹ ਕਹਿੰਦੇ ਜਦੋਂ ਉਹ ਕਿਲੇ ਵਿੱਚ ਕਿਤੇ ਕੰਧ ਦੇ ਨੇੜੇ ਖਲੋਂਦੇ ਤੇ ਉਹਨਾਂ ਦਾ ਪਰਛਾਵਾਂ ਕੰਧ ਤੇ ਪੈਂਦਾ, ਏਦਾਂ ਜਾਪਦਾ ਜਿਵੇਂ ਅੱਧਾ ਚੰਦਰਮਾ ਚੜਿਆ ਹੁੰਦਾ ਹੈ ਜਾਂ ਜਿਵੇਂ ਧਨਕ ਹੁੰਦਾ ਹੈ। ਇਸ ਤਰੀਕੇ ਨਾਲ ਹੀ ਸਿੰਘ ਹੋ ਗਏ, ਕਈਆਂ ਦੇ ਤੇ ਲੱਕ ਵੀ ਨਹੀਂ ਸੀ ਸਿੱਧੇ ਹੁੰਦੇ। ਇੰਨੀ ਭੁੱਖ ਮਰੀ ਉੱਥੇ ਗੁਰੂ ਕੇ ਸਿੰਘਾਂ ਨੂੰ ਪਈ। ਆਖਰ ਬਾਬਾ ਬੰਦਾ ਸਿੰਘ ਜੀ ਬਹਾਦਰ ਉੱਥੇ ਗੁਪਤ ਰਹਿ ਕੇ ਜਪ ਤਪ ਕਰਦੇ ਰਹੇ, ਸੱਚੇ ਪਾਤਸ਼ਾਹ ਜੀ ਨੂੰ ਮਨਾਉਂਦੇ ਰਹੇ। ਤੇ ਫਿਰ ਉਹ ਕਹਿੰਦੇ ਸਿੰਘਾਂ ਨੂੰ ਵੀ ਇਹ ਗੁਰੂ ਦਾ ਹੀ ਹੁਕਮ ਹੈ, ਅਸੀਂ ਗੁਰੂ ਦੇ ਹੁਕਮ ਵਿੱਚ ਹੈ। ਨਹੀਂ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਤੋਂ ਸਰਕਾਰ ਕੰਬਦੀ ਸੀ, ਉਹਨਾਂ ਨੇ ਖਾਲਸੇ ਦਾ ਪਹਿਲਾ ਰਾਜ ਕਾਇਮ ਕੀਤਾ। ਉਹਨਾਂ ਨੇ ਇੱਕ ਮੋਹਰ ਚਲਾਈ, ਸਿੱਕਾ ਜ਼ਦਬਰ ਹਰਦੋ ਆਲਮ ਫਜ਼ਲੇ ਸੱਚੇ ਸਾਹਿਬ ਅਸਤ, ਗੋਬਿੰਦ ਸਿੰਘ ਖੁਦ ਸ਼ਾਹਨਸ਼ਾਹ ਤੇਗ ਨਾਨਕ ਵਾਹਿ ਬਸਤ, ਦੇਗੋ ਤੇਗ ਫਤਿਹ ਨੁਸਰਤ ਬੇਦ ਰੰਗ ਯਾਫਤ ਨਾਨਕ ਗੁਰੂ ਗੋਬਿੰਦ ਸਿੰਘ। ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਇੱਕ ਪਾਸੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਵਾਕ ਦੇਗੋ ਤੇਗ ਫਤਿਹ ਨੁਸਰਤ ਬੇਦ ਰੰਗ ਜਾਫਤ ਨਾਨਕ ਗੁਰੂ ਗੋਬਿੰਦ ਸਿੰਘ, ਤੇ
ਇੱਕ ਪਾਸੇ ਲਿਖਿਆ ਸਿੱਕਾ ਜ਼ਦਬਰ ਹਰਦੋ ਆਲਮ ਫਜ਼ਲੇ ਸੱਚੇ ਸਾਹਿਬ ਬਸਤ ਗੋਬਿੰਦ ਸਿੰਘ ਖੁਦ ਸ਼ਾਹਨਸ਼ਾਹ ਤੇਗ ਨਾਨਕ ਵਾਹਿ ਬਸਤ। ਜੀ ਇਹਦੇ ਅਰਥ ਸਨ ਕਿ ਜੇ ਅੱਜ ਦੁਨੀਆ ਦੇ ਉੱਪਰ ਸਿੱਕਾ ਚੱਲਿਆ ਏ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ। ਦੁਨੀਆ ਦੇ ਲੋਗੋ ਇਹ ਨਾ ਕਿਉ ਬੰਦੇ ਨੇ ਤੇਗਾ ਮਾਰੀਆਂ ਨੇ, ਜੇ ਤੇਗਾ ਮਾਰੀਆਂ ਨੇ ਉਹ ਸੱਚੇ ਗੁਰੂ ਗੋਬਿੰਦ ਸਿੰਘ ਨੇ। ਉਹਨਾਂ ਦੀ ਤੇਗ ਚੱਲੀ ਹੈ, ਉਹਨਾਂ ਦੀ ਦੇਗ ਚੱਲੀ ਹੈ ਤੇ ਅੱਜ ਜਗਤ ਤੇ ਖਾਲਸੇ ਦਾ ਰਾਜ ਕਾਇਮ ਹੋਇਆ ਹੈ। ਕੁਝਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਬਾਬਾ ਜੀ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਏ। ਇਤਿਹਾਸ ਨੂੰ ਖੋਜਿਆ ਜਾਵੇ, ਪੜਚੋਲ ਕੀਤੀ ਜਾਵੇ, ਜੀ ਜਿਹੜੀ ਗੁਰੂ ਅਖਵਾਉਣ ਦੀ ਘਟਨਾ ਹੈ ਉਹ 1720 ਈਸਵੀ ਦੇ ਲਗਭਗ ਦੀ ਹੈ। ਉਹਨਾਂ ਨੂੰ ਮੰਨਣ ਵਾਲੇ ਸ਼ਾਇਦ ਐਸਾ ਕੋਈ ਕਰ ਬੈਠੇ ਹੋਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ। ਬਾਬਾ ਜੀ ਦੀ ਜਿਹੜੀ ਸ਼ਹਾਦਤ ਹੈ ਉਹ 1716 ਦੀ ਹੈ। ਜੀ ਤੋ ਬਾਬਾ ਜੀ ਨੂੰ ਜਿਸ ਵਕਤ ਸੱਚੇ ਪਾਤਸ਼ਾਹ ਜੀ ਦਾ ਹੁਕਮ ਆਇਆ, ਉਹ ਗੜੀ ਤੋਂ ਬਾਹਰ ਆਏ। ਜੀ ਉਹਨਾਂ ਦੇ ਨਾਲ ਗੁਰੂ ਕੇ ਸਿੱਖ ਵੀ ਆਏ, ਉਹਨਾਂ ਨੂੰ ਚਾਹਣ ਵਾਲੇ ਵੀ ਆਏ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਕਬੂਲ ਹੈ ਤੇ ਜਾਂ ਤੁਹਾਨੂੰ ਸਰਕਾਰ ਵੱਲੋਂ ਜੋ ਤੋਹਫੇ ਦਿੱਤੇ ਜਾਣਗੇ, ਜੋ ਨਿਆਮਤਾਂ ਦਿੱਤੀਆਂ ਜਾਣਗੀਆਂ ਉਹ ਕਬੂਲ ਹੈ। ਉਹ ਕਹਿਣ ਲੱਗੇ ਸਾਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਕਬੂਲ ਹੈ। ਬਾਬਾ ਜੀ ਨੂੰ ਉਸ ਗੜੀ ਵਿੱਚੋਂ ਬਾਹਰ ਕੱਢ ਕੇ ਤੇ ਬਾਹਰ ਪਿੰਜਰੇ ਵਿੱਚ ਪਾਇਆ ਗਿਆ। ਜਿਸ ਸਥਾਨ ਤੇ ਪਿੰਜਰੇ ਵਿੱਚ ਬਾਬਾ ਜੀ ਨੂੰ ਪਾਇਆ ਉਹ ਵੀ ਯਾਦਗਾਰ ਬੜੀ ਸੁੰਦਰ ਬਣੀ ਹੋਈ ਹੈ। ਤਰਨਾ ਦਲ ਮਹਿਤਾ ਚੌਂਕ ਦੇ ਬਾਨੀ ਮਹਾਂਪੁਰਖ ਬਾਬਾ ਗੁਰਦਿੱਤ ਸਿੰਘ ਸਾਹਿਬ ਜੀ ਹੋਏ ਨੇ ਜੀ ਤੇ ਬਾਬਾ ਜੀ ਬੜੇ ਹਠੀ ਜਪੀ ਤਪੀ ਮਹਾਂਪੁਰਖ ਸਨ। ਪਿੰਡ ਦੇ ਵਿੱਚ ਹੀ ਉਹਨਾਂ ਨੂੰ ਲੋਕ ਰੱਬ ਕਹਿ ਕੇ ਪੁਕਾਰਦੇ ਸਨ। ਨਹੀਂ ਤੇ ਆਮ ਕੋਈ ਸਾਧ ਹੋਵੇ, ਸੰਤ ਹੋਵੇ, ਪਿੰਡ ਦੇ ਲੋਕ ਨਹੀਂ ਮੰਨਦੇ। ਬਾਹਰ ਭਾਵੇਂ ਉਹਦੀ ਪੂਜਾ ਹੋਵੇ, ਉਹਨੂੰ ਲੋਕ ਮੰਨਣ, ਉਹਨੂੰ ਸਤਿਕਾਰ ਦੇਣ, ਪਿੰਡ ਦੇ ਲੋਕ ਕੱਟ ਦਿੰਦੇ ਨੇ। ਜੀ ਤੇ ਉਹਨਾਂ ਮਹਾਂਪੁਰਖਾਂ ਨੇ ਆਪਣੀ ਜ਼ਮੀਨ ਵਿੱਚ ਦਲ ਪੰਥ ਕਾਇਮ ਕੀਤਾ ਤੇ ਉਹ ਇੱਥੋਂ ਚੱਲ ਕੇ ਗੁਰਸਿੱਖਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਤੇ ਬਾਬਾ ਬੰਦਾ ਸਿੰਘ ਜੀ ਦੀ ਜਿੱਥੇ ਗੜੀ ਉੱਥੇ ਪਹੁੰਚੇ। ਉਹਨਾਂ ਸਮਿਆਂ ਦੇ ਵਿੱਚ ਉਸ ਜਗ੍ਹਾ ਤੇ ਕੋਈ ਨਹੀਂ ਸੀ ਜਾਂਦਾ, ਉੱਥੋਂ ਕੋਈ ਰੁੱਖ ਦੀ ਟਾਹਣੀ ਵੀ ਨਹੀਂ ਸੀ ਤੋੜਦਾ ਤੇ ਲੋਕਾਂ ਦੇ ਮਨ ਵਿੱਚ ਇੱਕ ਖੌਫ ਸੀ। ਕਾਗਜ਼ਾਂ ਦੇ ਵਿੱਚ, ਸਰਕਾਰੀ ਕਾਗਜ਼ਾਂ ਵਿੱਚ ਦੇਖਿਆ ਜਾਵੇ ਤੇ ਉਹ ਜਿੰਨਾ ਉੱਥੇ ਮੁਰੱਬਾ ਹੈ, ਜਗ੍ਹਾ ਦਾ ਟੁਕੜਾ ਹੈ, ਉਹ ਬੰਦਿਆਂ ਵਾਲੀ ਕਰਕੇ ਲਿਖਿਆ ਹੈ ਕਿ ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਟੁਕੜਾ ਹੈ। ਜੀ ਤੋ ਉਸ ਸਥਾਨ ਤੇ ਬਾਬਾ ਗੁਰਦਿੱਤ ਸਿੰਘ ਜੀ ਗਏ ਤੇ ਕਹਿਣ ਲੱਗੇ ਉੱਠ ਬੰਦਿਆ, ਤੇਰੇ ਘਰ ਪਰਾਉਣੇ ਆਏ ਨੇ, ਜਾਗ ਬੰਦਿਆ ਤੇਰੇ ਘਰ ਪਰਾਉਣੇ ਆਏ ਨੇ। ਬਾਬਾ ਜੀ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਇੱਕ ਤੰਬੂ ਲਗਾ ਕੇ, ਜਿਵੇਂ ਆਮ ਨਿਹੰਗ ਸਿੰਘਾਂ ਦੀ ਮਰਿਆਦਾ ਹੈ, ਤੇ ਉੱਥੇ ਬਾਬਾ ਜੀ ਨੇ ਅਖੰਡ ਪਾਠ ਸਾਹਿਬ ਸ਼ੁਰੂ ਕੀਤਾ ਤੇ ਬਾਅਦ ਵਿੱਚ ਉੱਥੇ ਮੇਲਾ ਮਨਾਉਣਾ ਸ਼ੁਰੂ ਹੋ ਗਿਆ। ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਉੱਥੇ ਕਾਰ ਸੇਵਾ ਚਲਾਈ ਤੇ ਬਾਅਦ ਵਿੱਚ ਅੱਜ ਕੱਲ੍ਹ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਉੱਥੇ ਪ੍ਰਬੰਧ ਹੈ। ਤੇ ਉਹਦੇ ਤੋਂ ਥੱਲੇ ਜਿੱਥੇ ਬਾਬਾ ਜੀ ਨੂੰ ਪਿੰਜਰੇ ਵਿੱਚ ਪਾਇਆ ਗਿਆ, ਉੱਥੇ ਥੜਾ ਸਾਹਿਬ ਬਣਿਆ ਹੈ। ਉੱਪਰ ਬਾਬਾ ਜੀ ਦਾ ਜਿਹੜਾ ਬੁੱਤ ਹੈ, ਉਹਨਾਂ ਦੀ ਮੂਰਤੀ ਹੈ, ਉਹ ਲੱਗੀ ਹੋਈ ਹੈ ਤੇ ਉੱਥੇ ਤਰਨਾ ਦਲ ਮਹਿਤਾ ਚੌਂਕ ਦੇ ਮੌਜੂਦਾ ਮੁਖੀ ਬਾਬਾ ਤਰਸੇਮ ਸਿੰਘ ਜੀ ਉੱਥੇ ਸੇਵਾ ਕਰਾਉਂਦੇ ਆ। ਤੇ ਜਿਹੜੀ ਕਲਾ ਬਾਬਾ ਬੰਦਾ ਸਿੰਘ ਜੀ ਬਹਾਦਰ ਵਿੱਚ ਸੀ, ਅੱਜ ਉਹ ਕਲਾ ਉੱਥੇ ਵਰਤਦੀ ਪਈ ਹੈ। ਜਿਵੇਂ ਬਾਬਾ ਜੀ ਦੇ ਸਾਹਮਣੇ ਕੋਈ ਚੱਲ ਕੇ ਆਉਂਦਾ ਸੀ, ਨਾ ਕੋਈ ਉੱਥੇ ਬੰਦਾ, ਨਾ ਕੋਈ ਜਿਸਮਾਨੀ ਸਰੀਰ ਤੇ ਨਾ ਕੋਈ ਰੂਹਾਨੀ ਸਰੀਰ ਕਹਿ ਲੋ, ਜਾਂ ਕੋਈ ਬੰਦਾ, ਕੋਈ ਭੂਤ ਪ੍ਰੇਤ, ਕੋਈ ਵੀ ਐਸਾ ਨਹੀਂ ਸੀ ਟਿਕਦਾ। ਅੱਜ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਥਾਨ ਤੇ ਕੋਈ ਜਾਂਦਾ ਹੈ ਤੇ ਉੱਥੇ ਐਸਾ ਕੋਈ ਟਿਕਦਾ ਨਹੀਂ ਹੈ। ਬਾਬਾ ਜੀ ਉਸ ਸਥਾਨ ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਆ। ਤਾਂ ਇਸ ਸਥਾਨ ਤੋਂ ਫਿਰ ਬਾਬਾ ਜੀ ਨੂੰ ਪਿੰਜਰੇ ਦੇ ਵਿੱਚ ਪਾ ਕੇ ਦਿੱਲੀ ਦੀ ਤਰਫ ਨੂੰ ਖੜਿਆ ਗਿਆ। 700 ਗੁਰੂ ਕੇ ਸਿੰਘ, ਕਈਆਂ ਨੇ 740 ਗਿਣਤੀ ਵੀ ਲਿਖੀ ਹੈ। ਗੱਡਿਆਂ ਦੇ ਉੱਪਰ ਸਿੰਘਾਂ ਦੇ ਸੀਸਾਂ ਦੇ ਮੁੱਲ ਪਏ, ਗੱਡਿਆਂ ਦੇ ਉੱਪਰ ਸੀਸ ਰੱਖੇ ਗਏ। ਐਸਾ ਜਿਹੜਾ ਵਿਖੜਾ ਸਮਾਂ ਸੀ, ਉਹ ਦੇਖਿਆ ਜਾਵੇ ਕਿ ਸਿੱਖੀ ਬਦਲੇ ਸੀਸ ਕਟਵਾ ਦੇਣਾ। ਅੱਜ ਸਾਡੇ ਵਿੱਚ ਉਹ ਸਿੱਖੀ, ਉਹਨਾਂ ਸਿੱਖਾਂ ਵਰਗਾ ਗੁਰੂ ਦੇ ਪ੍ਰਤੀ ਪ੍ਰੇਮ, ਪਿਆਰ, ਸਿਦਕ ਉਹ ਨਹੀਂ ਰਹਿ ਗਿਆ। ਬਿਲਕੁਲ, ਇਹ ਮੈਨੂੰ ਲੱਗਦਾ ਹੈ ਇਸ ਸਮੇਂ ਦੀਆਂ ਉਹ ਔਖੀਆਂ ਘੜੀਆਂ ਦੇ ਵਿੱਚ ਸਿੱਖੀ ਨਿਭਾਈ ਤੇ ਅੱਜ ਸਾਡੇ ਕੋਲ ਸੌਖੀਆਂ ਚ ਨਹੀਂ ਨਿਭ ਰਹੀ। ਐਸੇ ਵਿਖੜੇ ਸਮੇਂ ਸਰਕਾਰਾਂ ਵੱਲੋਂ ਐਸਾ ਪ੍ਰੈਸ਼ਰ ਸੀ ਵੀ ਤੁਹਾਨੂੰ ਅਸੀਂ ਸਿੱਖ ਨਹੀਂ ਬਣਾਉਣਾ, ਜੇ ਤੁਸੀਂ ਸਿੱਖ ਬਣੋਗੇ ਤੇ ਤੁਹਾਨੂੰ ਇਹਨਾਂ ਵਿਖੜੇ ਪੈਂਡਿਆਂ ਦਾ ਸਾਹਮਣਾ ਕਰਨਾ ਪਵੇਗਾ, ਸਿੱਖ ਬਣ ਨਹੀਂ ਦੇਣਾ। ਪਰ ਉਹ ਕਹਿੰਦੇ ਸੀ ਅਸੀਂ ਸਿੱਖ ਹਾਂ।
ਉਸ ਵਕਤ ਦੀ ਇੱਕ ਸਮੇਂ ਦੀ ਬੜੀ ਘਟਨਾ ਹੈ, ਜਦੋਂ ਬਾਬਾ ਜੀ ਫਰਕਸ਼ੀਰ ਬਾਦਸ਼ਾਹ ਸੀ ਤੇ ਉੱਥੇ ਪਹੁੰਚੇ ਤੇ ਇੱਕ ਉੱਥੇ ਨੌਜਵਾਨ ਵੀ ਸੀ ਤੇ ਉਹਦੀ ਮਾਤਾ ਆ ਕੇ ਕਹਿਣ ਲੱਗੀ ਇਹਦਾ ਤੇ ਅਜੇ ਵਿਆਹ ਕਰਨਾ ਹੈ, ਇਹ ਸਿੱਖ ਨਹੀਂ ਹੈ, ਇਹ ਜਾਣ ਕੇ ਫੜਿਆ ਗਿਆ। ਤੇ ਉਹ ਬਾਦਸ਼ਾਹ ਅਹਿਲਕਾਰ ਕਹਿਣ ਲੱਗੇ ਵੀ ਇਹ ਆਪਣੇ ਮੂੰਹੋਂ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਹੈ। ਤੇ ਉਸ ਵਕਤ ਉਹ ਕਹਿਣ ਲੱਗੀ ਵੀ ਪੁੱਤ ਤੂੰ ਕਹਿ ਦੇ ਮੈਂ ਸਿੱਖ ਨਹੀਂ, ਮੈਂ ਏਦਾਂ ਤੇ ਪੁੱਤ ਤੂੰ ਆਮ ਕਮਾਈ ਕਰਨ ਵਾਲਾ। ਤੇ ਉਹ ਸਿੱਖ ਦੇ ਮਨ ਵਿੱਚ ਗੁਰੂ ਪ੍ਰਤੀ ਇੰਨੀ ਸ਼ਰਧਾ, ਇੰਨਾ ਵਿਸ਼ਵਾਸ ਸੀ, ਉਹ ਕਹਿਣ ਲੱਗਾ ਤੂੰ ਮੇਰੀ ਮਾਂ ਹੀ ਨਹੀਂ ਹੈ, ਮੈਂ ਗੁਰੂ ਦਾ ਸਿੱਖ ਹੈ, ਤੂੰ ਮੇਰੀ ਮਾਂ, ਇਹ ਮੇਰੀ ਮਾਂ ਹੀ ਹੈ ਨਹੀਂ। ਆਪਣੀ ਮਾਂ ਨੂੰ ਦੇਖੋ, ਬੱਚੇ ਦਾ ਮਾਂ ਦੇ ਪ੍ਰਤੀ, ਮਾਂ ਬਰਲਾਪ ਕਰਦੀ ਹੋਵੇ ਅੱਖਾਂ ਦੇ ਸਾਹਮਣੇ, ਬੱਚੇ ਦੇ ਕੋਲੋਂ ਨਹੀਂ ਦੇਖੀ ਜਾਂਦੀ। ਬੱਚੇ ਦੇ ਉੱਪਰ ਕਹਿਰ ਨਹੀਂ ਮਾਂ ਕੋਲੋਂ ਦੇਖਿਆ ਜਾਂਦਾ। ਪੱਥਰ ਦਿਲ ਵੀ ਹੋਵੇ ਤੇ ਉਹਦੇ ਵੀ ਪਰ ਉਹਨਾਂ ਦੇ ਜਜ਼ਬੇ ਵੱਖਰੇ ਹੀ ਸੀਗੇ। ਉਹਨਾਂ ਨੂੰ ਪਰਿਵਾਰ ਨੂੰ ਵੀ ਤਿਆਗ ਦੇਣਾ, ਉਹਨਾਂ ਦਾ ਇੱਕ ਜਜ਼ਬਾ ਵੱਖਰਾ ਸੀ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਨੂੰ ਫਰਕਸ਼ੀਰ ਨੇ ਪੁੱਛਿਆ ਵੀ ਕਿਵੇਂ ਦੀ ਮੌਤ ਤੁਹਾਨੂੰ ਕਬੂਲ ਹੈ? ਉਹ ਕਹਿਣ ਲੱਗੇ ਜਿਵੇਂ ਤੈਨੂੰ ਹੈ ਨਾ ਉਦਾਂ ਦੀ ਮੌਤ ਸਾਨੂੰ ਤੂੰ ਦੇ ਦੇ। ਤੇ ਉਸ ਵਕਤ ਫਿਰ ਬਾਬਾ ਜੀ ਦੇ ਪੁੱਤਰ ਦਾ ਕਾਲਜਾ ਕੱਢ ਕੇ ਤੇ ਉਹਦੇ ਮੂੰਹ ਵਿੱਚ ਦਿੱਤਾ ਗਿਆ। ਇਹ ਕਹਿੰਦੇ ਰਹੇ ਤੂੰ ਇਹ ਗੱਲ ਕਹਿ ਦੇ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ, ਤੈਨੂੰ ਰਾਜ ਭਾਗ ਦੇ ਦਿੰਨੇ, ਤੈਨੂੰ ਰਿਆਸਤਾਂ ਦੇ ਦਿੰਨੇ। ਤੇ ਬਾਬਾ ਜੀ ਦੇ ਮੁਖੋਂ ਇਹੀ ਸੀ ਵੀ ਮੈਂ ਕਲਗੀਧਰ ਦਾ ਸਿੱਖ ਹਾਂ, ਜੋ ਕਰਨਾ ਕਰ ਲੋ। ਉਹਨਾਂ ਦੀ ਸਿੱਖੀ ਕੁਝ ਘੱਟ ਨਹੀਂ ਹੈ। ਪੁੱਤਰ ਦਾ ਕਾਲਜਾ ਮੁਖ ਵਿੱਚ ਪਵਾ ਲੈਣਾ ਕਿੱਡੀ ਵੱਡੀ ਸਿੱਖੀ ਹੈ। ਕੈਸਾ ਉਹਨਾਂ ਦੇ ਮਨ ਵਿੱਚ ਜਜ਼ਬਾ ਸੀ, ਸਤਿਗੁਰਾਂ ਦੇ ਪ੍ਰਤੀ ਪ੍ਰੇਮ ਤੇ ਪਿਆਰ ਸੀ। ਉਹ ਸੀਨ ਨੂੰ ਅੱਖਾਂ ਗਾੜੀ ਲਿਆ ਕੇ ਵਿਚਾਰਿਆ ਜਾਵੇ, ਦੇਖਿਆ ਜਾਵੇ ਵੀ ਕੈਸਾ ਉਹ ਸਮਾਂ ਹੋਵੇ। ਆਪਣੇ ਜ਼ਿਹਨ ਚ ਲਿਆਉਣਾ ਹੀ ਬੜਾ ਔਖਾ ਹੈ ਜੀ ਐਸੇ ਸਮੇਂ। ਪੁੱਤਰ ਲਈ ਸਾਰੇ ਡੋਲ ਜਾਂਦੇ। ਅਬ ਮੰਨੂ ਦੀ ਮੌਤ ਸੁਣੀ ਸੀ ਅਰਜਨ ਨੇ ਤੇ ਉਹ ਕਿਰਪਾਨ ਸੁੱਟ ਕੇ ਰੋਣ ਲੱਗ ਪਿਆ ਸੀ। ਬੜੇ ਬੜੇ ਦੇਵੀ ਦੇਵਤੇ, ਪੀਰ, ਬੜੇ ਬੜੇ ਯੋਧੇ ਜਿਹੜੇ ਨੇ ਉਹ ਡੋਲ ਗਏ ਪੁੱਤਰ ਲਈ, ਪਰ ਬਾਬਾ ਜੀ ਨਹੀਂ ਡੋਲੇ। ਇਤਿਹਾਸ ਦੇ ਪੰਨਿਆਂ ਤੇ ਲਿਖਿਆ ਗਿਆ ਕਿ 1716 ਈਸਵੀ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਮਹਾਨ ਕੋਸ਼ ਵਿੱਚ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਉਹਨਾਂ ਨੂੰ ਅੱਧ ਮੁਆ ਕਰਕੇ, ਇਤਿਹਾਸ ਵਿੱਚ ਤੇ ਇੱਥੋਂ ਤੱਕ ਵੀ ਲਿਖਿਆ ਗਿਆ ਵੀ ਬਾਬਾ ਜੀ ਨੂੰ ਹਾਥੀਆਂ ਦੇ ਪਿੱਛੇ ਪਾ ਕੇ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਧੋਇਆ ਗਿਆ, ਜਨਾਜ਼ਾ ਕੱਢਿਆ ਗਿਆ ਕਿ ਆਹ ਬੰਦਾ ਜੀ ਜਿਹਦਾ ਤੁਸੀਂ ਖੌਫ ਮੰਨਦੇ ਸੀ। ਤੇ ਬਾਬਾ ਜੀ ਦੇ ਉੱਪਰ ਐਸਾ ਵਿਕੜਾ ਸਮਾਂ ਆਇਆ ਜਦੋਂ ਉਹਨਾਂ ਨੂੰ ਸਮਝ ਲਿਆ ਸਰਕਾਰ ਨੇ ਕਿ ਇਹ ਮਰ ਚੁੱਕੇ ਨੇ, ਪਰ ਉਹਨਾਂ ਦੇ ਕੋਲ ਯੋਗ ਸੀ ਕਿਉਂਕਿ ਉਹ ਪ੍ਰਾਣਾਯਾਮ ਇਤਿਆਦੀ ਵੀ ਜਾਣਦੇ ਸਨ। ਉਹਨਾਂ ਆਪਣੇ ਸਵਾਸ ਤਾਂ ਚੜਾ ਲਏ ਤੇ ਜਮਨਾ ਦੇ ਕਿਨਾਰੇ ਬਰੇਤੀ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਗਿਆ, ਤਿੱਖੀ ਧੁੱਪ ਬਰੇਤਾ ਦੇ ਵਿੱਚ। ਤੇ ਉੱਥੇ ਫਿਰ ਕਹਿੰਦੇ ਕਿ ਇੱਕ ਫਕੀਰ ਆਇਆ, ਉਹਨੇ ਦੇਖਿਆ ਕਿ ਬੰਦਾ ਤੇ ਖੁਦਾ ਦਾ ਲੱਗਦਾ ਹੈ, ਚੁੱਕ ਕੇ ਆਪਣੇ ਆਸ਼ਰਮ ਵਿੱਚ ਆਪਣੇ ਮਜ਼ਾਰ ਤੇ ਡੇਰੇ ਲੈ ਗਏ। ਉਹਨਾਂ ਦਾ ਇਲਾਜ ਕੀਤਾ ਤੇ ਪ੍ਰਾਣਾਯਾਮ ਤੋਂ ਸੁਰਤ ਹੇਠਾਂ ਆਈ, ਉਹ ਠੀਕ ਹੋ ਗਏ। ਬਾਅਦ ਵਿੱਚ ਫਿਰ ਇੱਥੋਂ ਚੱਲ ਕੇ ਤੇ ਉਹ ਚਲੇ ਗਏ ਕਸ਼ਮੀਰ ਵਿੱਚ, ਰਜੌਰੀ ਵਿੱਚ। ਸੱਚੇ ਪਾਤਸ਼ਾਹ ਜੀ ਦਾ ਹੁਕਮ ਜਾਣ ਕੇ ਉੱਥੇ ਰਹੇ। ਉੱਥੇ ਉਹਨਾਂ ਦਾ ਆਨੰਦ ਕਾਰਜ ਹੋਇਆ। ਉਹਨਾਂ ਦੇ ਘਰ ਇੱਕ ਬੇਟਾ ਵੀ ਪੈਦਾ ਹੋਇਆ ਜਿਹਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ। ਉਹਦੇ ਤੋਂ ਅੱਗੇ ਉਹਨਾਂ ਦਾ ਪਰਿਵਾਰ ਗੋਤ ਚੱਲੀ। ਅੱਜ ਤੱਕ ਉਹਨਾਂ ਦਾ ਪਰਿਵਾਰ, ਉੱਥੇ ਇੱਕ ਥੜਾ ਵੀ ਬਣਿਆ ਹੋਇਆ ਹੈ, ਉੱਥੇ ਇੱਕ ਚਸ਼ਮਾ ਵੀ ਫੁੱਟਦਾ ਹੈ। ਉਹ ਸਥਾਨ ਅੱਜ ਵੀ ਉੱਥੇ ਹੈ। ਰਤਨ ਸਿੰਘ ਜੀ ਭੰਗੂ ਗੱਲ ਤੇ ਇਹੀ ਕਰਦੇ ਨੇ, ਪਰ ਇਹਦੇ ਨਾਲੋਂ ਥੋੜੀ ਜੀ ਜੁਦਾ ਕਰਦੇ ਨੇ। ਉਹ ਕਹਿੰਦੇ ਨੇ ਕਿ ਜਿਸ ਵਕਤ ਬਾਬਾ ਜੀ ਨੂੰ ਉਹਨਾਂ ਨੇ ਸ਼ਹੀਦ ਕੀਤਾ ਤੇ ਉਹਨਾਂ ਦੇ ਬੰਦ ਕੱਟ ਕੇ ਵੱਖ-ਵੱਖ ਬਾਕਸਾਂ ਵਿੱਚ ਪਾ ਕੇ ਜਮਨਾ ਦੇ ਕਿਨਾਰੇ ਰੱਖ ਦਿੱਤੇ ਤੇ ਪਹਿਰਾ ਲਾ ਦਿੱਤਾ। ਉਹਨਾਂ ਨੂੰ ਡਰ ਸੀ ਕਿ ਇਹਨੇ ਫਿਰ ਜਿੰਦਾ ਹੋ ਜਾਣਾ। ਗੈਬੀ ਆਵਾਜ਼ ਆਈ, ਪਹਿਰੇਦਾਰਾਂ ਨੂੰ ਕਿਹਾ ਕਿ ਬਕਸੇ ਖੋਲੋ, ਮੇਰੇ ਅੰਗ ਜੋੜ ਦਿਓ। ਉਹ ਕਹਿਣ ਲੱਗੇ ਅਸੀਂ ਨਹੀਂ ਜੋੜਦੇ। ਆਵਾਜ਼ ਆਈ ਤੁਸੀਂ ਅੰਨੇ ਹੋ ਜਾਓਗੇ। ਉਹ ਅੰਨੇ ਹੋ ਗਏ। ਉਹ ਕਹਿਣ ਲੱਗੇ ਬਾਬਾ ਸਾਨੂੰ ਜੀਵਨ ਦਾਨ ਦੇ ਤੇ ਅਸੀਂ ਅੱਖਾਂ ਸਾਨੂੰ ਨੇਤਰ ਦੇ, ਸਾਨੂੰ ਜੀਵਨ ਦੇ ਤੇ ਅਸੀਂ ਤੇਰੇ ਅੰਗ ਪ੍ਰਤੰਗ ਜੋੜ ਦਿੰਨੇ। ਤੋ ਅੰਗ ਪ੍ਰਤੰਗ ਜੋੜੇ। ਰਾਤ ਦਾ ਹਨੇਰਾ ਸਮਾਂ ਸੀ। ਪੈਰ ਦੀ ਜਗ੍ਹਾ ਤੇ ਹੱਥ ਤੇ ਹੱਥ ਦੀ ਜਗ੍ਹਾ ਤੇ ਪੈਰ, ਅੱਖ ਦੀ ਜਗ੍ਹਾ ਤੇ ਨੱਕ ਤੇ ਨੱਕ ਦੀ ਜਗ੍ਹਾ ਤੇ ਅੱਖ। ਤੇ ਭੰਗੂ, ਰਤਨ ਸਿੰਘ ਜੀ ਭੰਗੂ ਲਿਖਦੇ ਨੇ ਵੀ ਉਹ ਐਸਾ ਬਣ ਗਿਆ ਜੈਸੇ ਕੋਈ ਬਲਾ ਹੁੰਦੀ ਹੈ। ਤੇ ਬਲਾ ਬਣ ਕੇ ਉੱਥੋਂ ਉਹ ਉੱਡੇ ਤੇ ਉੱਡ ਕਰਕੇ ਫਿਰ ਉਹ ਚਲੇ ਗਏ
ਰਜੌਰੀ ਵਿੱਚ। ਜੀ। ਉੱਥੇ ਜਾ ਕੇ ਉਹਨਾਂ ਦਾ ਵਿਆਹ ਹੋਇਆ। ਅੱਗੇ ਜਿਵੇਂ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ ਹੈ, ਇਸੇ ਤਰੀਕੇ ਨਾਲ ਜੀ ਉਹਨਾਂ ਨੇ ਵੀ ਲਿਖਿਆ ਹੈ। ਸੋ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਬੜੀ ਇੱਕ ਅਨੋਖੀ ਹੈ। ਉਹਨਾਂ ਦੀ ਘਾਲ ਕਮਾਈ, ਉਹਨਾਂ ਦਾ ਸਿਦਕ, ਉਹਨਾਂ ਦਾ ਭਰੋਸਾ ਜੀ ਗੁਰੂ ਸਾਹਿਬ ਜੀ ਲਈ ਅਕੱਥ ਹੈ, ਕਹਿਣ ਕਥਨ ਤੋਂ ਬਾਹਰ ਹੈ। ਉਹਨਾਂ ਨੂੰ ਸਜਦਾ ਕਰਨਾ ਹੀ ਬਣਦਾ ਹੈ। ਸੋ ਬਿਲਕੁਲ ਉਸ ਜਜ਼ਬੇ ਨੂੰ ਵੇਖੋ, ਇਹ ਕੋਈ ਛੋਟੀ ਗੱਲ ਨਹੀਂ ਕਿ ਇੰਨੇ ਮਹੀਨੇ ਤੇ ਉਸ ਔਖੀ ਘਾਟੀ ਦੇ ਵਿੱਚੋਂ ਦੀ ਗੁਜ਼ਰਨਾ। ਪਰ ਇਹ ਜਿੱਥੋਂ ਜਿਹੜੀਆਂ ਗੱਲਾਂ ਹੁਣੇ ਆਪਾਂ ਸਰਵਣ ਕੀਤੀਆਂ, ਜੇ ਉਹਨਾਂ ਨੂੰ ਸੋਚੀਏ ਨਾ ਤਾਂ ਮੈਨੂੰ ਲੱਗਦਾ ਸਾਡਾ 4 ਦਿਨ ਸਾਡੀ ਸੁਰਤ ਨਾ ਥੱਲੇ ਆਏ। ਹਾਂਜੀ ਹਾਂਜੀ। ਇੱਕ ਐਸਾ ਔਖਾ ਸਮਾਂ ਖਾਲਸੇ ਨੇ ਝਾਕਿਆ ਤੇ ਅਜੇ ਆਪਾਂ, ਕਿਉਂਕਿ ਸਮਾਂ ਸਾਡੇ ਕੋਲ ਸੰਕੋਚਵਾ, ਅਸੀਂ ਉਹਨਾਂ ਜਿਹੜੇ 700 ਸਿੰਘ ਨਾਲ ਸੀ ਉਹਨਾਂ ਦੀ ਸ਼ਹੀਦੀ ਦਾ ਪੂਰਾ ਵਰਣਨ ਨਹੀਂ ਕਰ ਸਕੇ। ਸੋ ਮੈਂ ਸਮਝਦਾ ਕਿ ਬੜੀ ਵੱਡੀ ਕੁਰਬਾਨੀ ਤੇ ਜਿਸ ਦੇ ਆਪਣਾ ਪੁੱਤ ਦਾ ਕਲੇਜਾ ਮੂੰਹ 'ਚ ਪਵਾ ਲੈਣਾ ਤੇ ਕਿੰਨਾ ਕੁ ਉਹਨਾਂ ਦਾ ਜਜ਼ਬਾ ਹੋਏਗਾ। ਸੋ ਉਹਨਾਂ ਗੁਰਸਿੱਖਾਂ ਨੂੰ ਪ੍ਰਣਾਮ ਹੈ, ਉਹਨਾਂ ਦੀ ਘਾਲ ਕਮਾਈ ਨੂੰ ਪ੍ਰਣਾਮ ਹੈ, ਉਹਨਾਂ ਦੀ ਬੰਦਗੀ ਨੂੰ ਤੇ ਉਹਨਾਂ ਦੇ ਜਜ਼ਬੇ ਨੂੰ, ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਸੋ ਇੱਥੇ ਹੀ ਵਿਚਾਰ ਨੂੰ ਸੰਕੋਚਦੇ ਹੋਏ ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜਾ ਕੀਮਤੀ ਸਮਾਂ ਤੇ ਬੜੀਆਂ ਕੀਮਤੀ ਵਿਚਾਰਾਂ ਸਾਂਝੀਆਂ ਕੀਤੀਆਂ। ਸੋ ਫਤਿਹ ਅਰਜ਼ ਕਰਦੇ ਹੋਏ ਆਗਿਆ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।